ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਵਿੱਚ। ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਅੱਜ ਇਟਲੀ ਦੇ ਵਿੱਚ ਕੇਸਾਂ ਦੀ ਜੇਕਰ ਗੱਲ ਕੀਤੀ ਜਾਵੇ, ਇਟਲੀ ਦੇ ਵਿੱਚ 80,653 ਨਵਾਂ ਕੇਸ, 157 ਮਰੀਜ਼ਾਂ ਦੀ ਮੌਤ ਹੋਈ ਹੈ। ਜੇ 10 ਦੀ ਪੋਜ਼ੀਟਿਵਿਟੀ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀ 10 ਦੀ ਪੋਜ਼ੀਟਿਵਿਟੀ ਅੱਜ 22% ਆ। ਅਤੇ ਜਿਹੜੇ ਟੈਸਟ ਕੀਤੇ ਗਏ ਨੇ 3,66,000 ਇਟਲੀ ਦੇ ਵਿੱਚ ਅੱਜ ਟੈਸਟ ਕੀਤੇ ਗਏ। ਪਾਦੂਆ ਦੇ ਵਿੱਚ ਕੈਂਪ ਲੱਗਣ ਜਾ ਰਿਹਾ ਜੀ। ਐਮਬੈਸੀ ਦੇ ਵੱਲੋਂ ਕੈਂਪ ਆ, ਜਿਹਦੇ ਵਿੱਚ ਪਾਸਪੋਰਟ ਦੀਆਂ OCI ਕਾਰਡ ਦੀਆਂ ਜਿਹੜੀਆਂ ਸਰਵਿਸ ਦਿੱਤੀਆਂ ਜਾਣਗੀਆਂ। ਔਨਲਾਈਨ ਇਹਦੀ ਅਪੋਇੰਟਮੈਂਟ ਮਿਲਣੀ ਸ਼ੁਰੂ ਹੋ ਜਾਣੀ ਹੈ ਜੀ। ਅਤੇ 31 ਤਰੀਕ ਨੂੰ ਇਹ ਪਾਦੂਆ ਦੇ ਵਿੱਚ ਕੈਂਪ ਆ। ਜੇਕਰ ਆਪਣੀਆਂ ਤੁਸੀਂ ਐਪਲੀਕੇਸ਼ਨਾਂ ਫਾਰਮ ਭਰਵਾਉਣੇ ਆ ਤਾਂ 393 280 2880 ਮਨਦੀਪ ਭਾਜੀ ਦੇ ਨਾਲ ਕੰਟੈਕਟ ਕਰਕੇ ਤੁਸੀਂ ਆਪਣੀਆਂ ਐਪਲੀਕੇਸ਼ਨਾਂ ਲੈ ਸਕਦੇ ਆ ਜੀ। ਵੱਧਦੇ ਹਾਂ ਜੀ ਆਪਣੇ ਅਗਲੇ ਅਪਡੇਟ ਵੱਲ। ਅਗਲਾ ਜੋ ਅਪਡੇਟ ਆ ਰਿਹਾ ਜੀ, ਇਟਲੀ ਦੇ ਵਿੱਚ ਗਰਮੀ ਦੇ ਉੱਤੇ ਆ ਰਿਹਾ। ਇਟਲੀ ਦੇ ਵਿੱਚ ਗਰਮੀ ਕਿੰਨੀ ਹੋਣੀ ਹੈ ਜੀ? ਇਸ ਟਾਈਮ ਗਰਮੀ ਤਾਂ ਲਗਾਤਾਰ ਵੱਧਦੀ ਜਾ ਰਹੀ ਹੈ, ਪਰ ਸਰਕਾਰ ਮੌਸਮ ਵਿਭਾਗ ਨੇ ਇੱਕ ਦਿਨ ਤੈਅ ਕੀਤਾ ਜੀ ਜਿਸ ਦਿਨ ਇਟਲੀ ਦੇ ਵਿੱਚ ਸਭ ਤੋਂ ਵੱਧ ਗਰਮੀ ਹੋਣੀ ਹੈ। ਇਟਲੀ ਦੇ ਵਿੱਚ 40 ਡਿਗਰੀ ਇਸ ਟਾਈਮ ਟੈਂਪਰੇਚਰ ਦੱਸਿਆ ਜਾ ਰਿਹਾ ਕਿ 24 ਜੁਲਾਈ ਦਿਨ ਐਤਵਾਰ ਨੂੰ ਹੋਣਾ। ਪਰ ਯਾਦ ਕਰਾ ਦਿੰਦੇ ਹਾਂ ਕਿ 22 ਜੁਲਾਈ ਮਿਲਾਨ ਨੂੰ, ਵਰੋਨਾ, ਬੋਲੋਨੀਆ, ਫੈਰਾਰਾ, ਫਿਰੈਂਸੇ, ਰੋਮਾ, ਇਹਨਾਂ ਦੇ ਵਿੱਚ ਵੀ ਜਿਹੜਾ ਤਾਪਮਾਨ ਆ ਬਹੁਤ ਹੀ ਜ਼ਿਆਦਾ ਡਿਗਰੀ ਆ ਜਿਹੜੀ ਇਟਲੀ ਦੇ ਵਿੱਚ ਗਰਮੀ ਹੋ ਜਾਣੀ ਹੈ। ਅਤੇ 16 ਸ਼ਹਿਰ ਆ 22 ਜੁਲਾਈ ਨੂੰ, ਜਿਨ੍ਹਾਂ ਦੇ ਵਿੱਚ ਬੋਲੋਨੀਆ, ਬੋਲਸਾਨੋ, ਬਰੇਸ਼ਾ, ਕਾਂਪੋਬਾਸੋ, ਫਿਰੈਂਸੇ, ਫਰੋਜ਼ੀਨੋਨੇ, ਜੇਨੋਵਾ, ਲਤੀਨਾ, ਮਿਲਾਨੋ, ਪੈਰੂਜਾ, ਰਿਏਤੀ, ਰੋਮਾ, ਤੋਰੀਨੋ, ਵਿਤੇਰਵੋ, ਜਿਨ੍ਹਾਂ ਦੇ ਨਾਲ ਤ੍ਰੀਏਸਤੇ, ਲਿਗੂਰੀਆ, ਵਰੋਨਾ ਵੀ ਜੁੜਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜੀ ਗਰਮੀ ਬਹੁਤ ਹੋਣੀ ਆ ਰੈੱਡ ਅਲਰਟ ਦੇ ਵਿੱਚ। ਇਸ ਕਰਕੇ 24 ਤਰੀਕ ਨੂੰ ਬਹੁਤ ਗਰਮੀ ਹੋਣੀ ਆ। ਧਿਆਨ ਦੇ ਨਾਲ ਘਰਾਂ ਤੋਂ ਬਾਹਰ ਨਿਕਲਿਓ। ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਜੀ। ਅਗਲਾ ਜੋ ਅਪਡੇਟ ਆ ਰਿਹਾ ਇਸ ਟਾਈਮ ਇਟਲੀ ਦੇ ਵਿੱਚ ਜੋ ਸਰਗਰਮੀਆਂ ਚੱਲ ਰਹੀਆਂ ਨੇ ਜੀ। ਇਟਲੀ ਦੇ ਵਿੱਚ ਸਰਕਾਰ ਡਿੱਗ ਗਈ ਆ। ਜਿਸ ਗੱਲ ਦਾ ਡਰ ਸੀ, ਜਿਸ ਗੱਲ ਦਾ ਪਟਾਕਾ ਜਿਹੜਾ ਪੈਣਾ ਸੀ ਉਹ ਪੈ ਗਿਆ। ਇਟਲੀ ਦੀ ਜਿਹੜੀ ਸਰਕਾਰ ਡਿੱਗ ਗਈ ਹੈ ਜੀ। ਸਰਕਾਰ ਜਿਹੜੇ ਰਾਸ਼ਟਰਪਤੀ ਉਹਨਾਂ ਨੇ ਮੰਨ ਲਿਆ। ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਮਾਰੀਓ ਦਰਾਗੀ ਨੂੰ ਕਿ ਬਾਈ ਤੁਸੀਂ ਨਾ ਛੱਡੋ ਆਪਣੀ ਪੋਜੀਸ਼ਨ, ਪਰ ਉਹ ਆਪਣੀ ਜਿਹੜੀ ਆ ਬਹੁਮਤ ਆ ਸਾਬਤ ਨਹੀਂ ਕਰ ਸਕੇ ਰਾਸ਼ਟਰਪਤੀ ਮੋਰੇ। ਹੁਣ ਰਾਸ਼ਟਰਪਤੀ ਮੋਰੇ ਗੱਲ ਗਏ ਨੇ ਅਸਤੀਫਾ ਦੇਣ ਦੇ ਲਈ। ਸ਼ੁੱਕਰਵਾਰ ਹੀ ਪਿਛਲੀ ਵਾਰ ਵੀ ਗਏ ਸਨ, ਪਰ ਉਹਨਾਂ ਨੇ ਨਾ ਮਨਜ਼ੂਰ ਕਰਤਾ। ਪਰ ਕੱਲ੍ਹ ਗਏ ਆ ਤਾਂ ਉੱਥੇ ਇਹਨਾਂ ਨੂੰ ਜਿੰਨੀ ਚਾਹੀਦੀ ਸੀ ਬਹੁਮਤ ਇਹਨਾਂ ਦੇ ਕੋਲ ਨਹੀਂ ਹੋਈ, ਅਤੇ ਦੂਸਰੀ ਪਾਰਟੀਆਂ ਦੇ ਕੋਲੋਂ ਵੀ ਬਹੁਮਤ ਜਿਹੜੀ ਆ ਪ੍ਰਾਪਤ ਨਹੀਂ ਹੋਈ, ਜਿਸ ਕਾਰਨ ਰਾਸ਼ਟਰਪਤੀ ਨੇ ਕਿਹਾ ਜੀ ਜਿੰਨੀ ਛੇਤੀ ਇਲੈਕਸ਼ਨ ਹੋਊਗਾ ਉਨੀ ਛੇਤੀ ਠੀਕ ਆ, ਕਿਉਂਕਿ ਰਲਮੀ ਮਿਲਮੀ ਜਿਹੜੀ ਸਰਕਾਰ ਵਾ ਉਹਦੇ ਨਾਲ ਕਿਸੇ ਨੂੰ ਵੀ ਫਾਇਦਾ ਨਹੀਂ ਹੋ ਰਿਹਾ। ਹੁਣ ਜਿਹੜੇ ਇਲੈਕਸ਼ਨ ਇਸ ਟਾਈਮ ਜਿਹੜੀ ਗੱਲਬਾਤ ਚੱਲ ਰਹੀ ਹੈ ਜੀ, 70 ਦਿਨਾਂ ਬਾਅਦ ਇਲੈਕਸ਼ਨ ਹੋਣੇ। 70 ਦਿਨਾਂ ਦੇ ਵਿੱਚ ਇਲੈਕਸ਼ਨ ਹੋ ਜਾਣੇ। ਇਸ ਟਾਈਮ ਜਿਹੜੀ ਪਹਿਲੀ ਤਰੀਕ ਸਾਹਮਣੇ ਆ ਰਹੀ ਹੈ ਜੀ 25 ਸਤੰਬਰ ਨੂੰ ਇਟਲੀ ਦੇ ਵਿੱਚ 25 ਸਤੰਬਰ ਨੂੰ ਇਟਲੀ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਣੇ ਆ ਜੀ। ਉਨੇ ਟਾਈਮ ਤੱਕ ਰਾਸ਼ਟਰਪਤੀ ਰਾਜ ਆ ਜਿਹੜੇ ਮਾਰੀਓ ਦਰਾਗੀ ਆ, ਉਨਾ ਟਾਈਮ ਸਿਰਫ ਉਹੀ ਕੰਮ ਕਰ ਸਕਦੇ ਨੇ ਜਿਹੜੇ ਕੰਮ ਉਹਨਾਂ ਨੇ ਸ਼ੁਰੂ ਕੀਤੇ ਆ। ਨਵਾਂ ਕੰਮ ਕੋਈ ਸ਼ੁਰੂ ਨਹੀਂ ਕਰ ਸਕਦੇ। ਮਾਰੀਓ ਦਰਾਗੀ ਕਿਸੇ ਵੀ ਨਵੇਂ ਕਾਨੂੰਨ ਦੇ ਉੱਤੇ ਸਾਈਨ ਨਹੀਂ ਕਰ ਸਕਦੇ। ਜਿਹੜਾ ਉਹਨਾਂ ਨੇ ਕੰਮ ਸ਼ੁਰੂਆਤ 'ਚ ਕੀਤਾ ਹੋਊਗਾ ਸਿਰਫ ਉਹੀ ਕੰਮ ਨੂੰ ਉਹ ਛੇੜ ਸਕਦੇ ਆ। ਨਵੇਂ ਕੰਮ ਦੇ ਵੱਲ ਉਹ ਦੇਖ ਵੀ ਨਹੀਂ ਸਕਦੇ, ਕਿਉਂਕਿ ਇਹਨਾਂ ਦਾ ਜਿਹੜਾ ਟਾਈਮ ਆ ਖ਼ਤਮ ਹੋ ਗਿਆ। 25 ਤੋਂ ਨਵੀਂ ਸਰਕਾਰ ਆਉਣੀ ਇੱਕ ਕਿਸਮ ਨਾਲ ਅਸੀਂ ਕਹਿ ਸਕਦੇ ਹਾਂ ਕਿ ਰਾਸ਼ਟਰਪਤੀ ਰਾਜ ਆ। ਉਸ ਤੋਂ ਬਾਅਦ ਮੇਨ ਜਿਹੜੀ ਇਹ ਰਾਸ਼ਟਰਪਤੀ ਰਾਜ ਦੇ ਵਿੱਚ ਵੀ ਜੇ ਅਸੀਂ ਕਹੀਏ ਕਿ ਮਤਾਰੇਲਾ ਨੇ ਦਰਾਗੀ ਨੂੰ ਹੱਥਾਂ ਦੇ ਵਿੱਚ ਪਾਵਰ ਜੋ ਇਹਨਾਂ ਨੇ ਕੰਮ ਸ਼ੁਰੂ ਕੀਤੇ ਸੀ ਤਾਂ ਦਿੱਤੀ ਹੈ, ਕਿਉਂਕਿ ਇਸ ਟਾਈਮ ਇਟਲੀ ਇੱਕ ਬਹੁਤ ਹੀ ਨਾਜ਼ੁਕ ਸਿਚੁਏਸ਼ਨ ਦੇ ਵਿੱਚੋਂ ਲੰਘ ਰਿਹਾ, ਜਿਨ੍ਹਾਂ ਦੇ ਵਿੱਚ ਇਟਲੀ ਦੀ ਆਵਾਮ ਦੇ ਵਿੱਚ ਵੀ ਇਸ ਟਾਈਮ ਦੇਖ ਰਹੇ ਜੀ ਕ੍ਰੀਜ਼ੀ ਇਕਨੋਮਿਕ ਆਰਥਿਕ ਵਿਵਸਥਾ ਪੂਰੀ ਤਰ੍ਹਾਂ ਵਿਗੜੀ ਹੋਈ ਆ। ਲੋਕਾਂ ਨੂੰ ਜਿਹੜੇ ਪੈਸਿਆਂ ਦੀ ਲੋੜ ਆ, ਬੋਨਸਾਂ ਦੀ ਲੋੜ ਆ। ਜਿੰਨੇ ਵੀ ਬੋਨਸ ਇਹਨਾਂ ਨੇ ਸ਼ੁਰੂ ਕੀਤੇ ਹੋਏ ਸਨ ਉਹਨਾਂ ਸਾਰਿਆਂ ਨੂੰ ਇਹ ਓਕੇ ਕਰ ਸਕਦੇ ਆ। ਅਤੇ ਵੈਸੇ ਇਟਲੀ ਦੀ ਸਰਕਾਰ ਡਿੱਗ ਗਈ ਹੈ, ਅਤੇ ਇਹਦੇ ਨਾਲ ਇਟਲੀ ਦੀ ਸਰਕਾਰ ਡਿੱਗ ਗਈ ਅਤੇ ਪੇਪਰਾਂ 'ਤੇ ਵੀ ਜਿਹੜਾ ਇਹਦੇ 'ਤੇ ਬਹੁਤ ਵੱਡਾ ਅਸਰ ਪੈ ਸਕਦਾ ਜੀ। ਹੁਣ ਜਿਹੜੇ ਪੇਪਰ ਆ ਸਨਾਤੋਰੀਆ ਹੋ ਗਿਆ, ਜਾਂ ਸਨਾਤੋਰੀਆ ਦਾ ਚਲੋ ਅਸੀਂ ਕੀ ਕਹਿਣਾ, ਜਿਹੜੇ ਫਲੂਸਿਸ ਦਾ ਜੋ ਨਾਲੀ ਆ 2022 ਦੇ ਵਿੱਚ ਜਿਹੜੇ ਖੁੱਲ੍ਹਣੇ ਸੀ ਅਕਤੂਬਰ ਦੇ ਮਹੀਨੇ ਵਿੱਚ, ਉਹ ਸ਼ਾਇਦ ਲੇਟ ਹੋ ਸਕਦੇ ਆ, ਜਾਂ ਫਿਰ ਆਪਣੇ ਜਿਹੜੇ ਇਟਲੀ ਦੇ ਰਾਸ਼ਟਰਪਤੀ ਆ ਸਰਜੋ ਮਤਾਰੇਲਾ ਜੀ ਆਪ ਸਾਈਨ ਕਰਕੇ ਖੋਲ੍ਹ ਦੇਣ ਤਾਂ ਗੱਲ ਵੱਖਰੀ ਹੈ, ਕਿਉਂਕਿ ਇਸ ਟਾਈਮ ਸਰਕਾਰ ਡਿੱਗ ਚੁੱਕੀ ਹੈ ਜੀ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਕਿ ਇਹ ਕੰਮ ਕਿਹੜੇ ਕਰ ਸਕਦਾ ਇਟਲੀ ਦੇ ਵਿੱਚ, ਜਿਸ ਟਾਈਮ ਸਰਕਾਰ ਨਵੀਂ ਬਣ ਜਾ ਰਹੀ ਹੋਵੇ ਤਾਂ 70 ਦਿਨਾਂ ਦਾ 30 ਦਿਨਾਂ ਦਾ ਟਾਈਮ ਹੋਵੇ, ਤਾਂ ਉਸ ਟਾਈਮ ਇਹਨਾਂ ਨੂੰ ਕਿਹਾ ਜਾਂਦਾ ਆ ਕਿ ਇਹਨਾਂ ਦੇ ਕੋਲ ਜਿਹੜੀ ਪਾਵਰ ਆ ਪੂਰੀ ਨਹੀਂ ਹੈ, ਸਿਰਫ ਅਫਾਰੀ ਕੋਰੈਂਤੀ ਦਾ ਹੀ ਕੰਮ ਕਰ ਸਕਦੇ। ਅਫਾਰੀ ਕੋਰੈਂਤੀ ਦੇ ਵਿੱਚ ਅਸੀਂ ਦੇਖਦੇ ਹਾਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ। ਅਫਾਰੀ ਕੋਰੈਂਤੀ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੈ ਜਾਂ ਜਿਹੜਾ ਵੀ ਮੰਤਰੀ ਹੈ ਉਹਦੇ ਕੋਲ ਜਿਹੜੀਆਂ ਪਾਵਰਾਂ ਅਧਿਕਾਰ ਜਿਹੜੇ ਆ ਪੂਰੇ ਨਹੀਂ ਰਹਿੰਦੇ। ਉਹਦੇ ਕੋਲ ਕੁਝ ਜਿਹੜੀਆਂ ਪਾਵਰਾਂ ਅਧਿਕਾਰ ਖੋਹ ਲਏ ਜਾਂਦੇ ਆ, ਜਿੱਦਾਂ ਕਿ ਉਹ ਨਵਾਂ ਕਾਨੂੰਨ ਨਹੀਂ ਬਣਾ ਸਕਦਾ।
ਨਵਾਂ ਕੋਈ ਵੀ ਕਾਨੂੰਨ ਨਹੀਂ ਬਣਾ ਸਕਦਾ, ਫਿਰ ਚਾਹੇ ਉਹ ਆਰਥਿਕ ਵਿਵਸਥਾ ਨੂੰ ਠੀਕ ਕਰਨ ਵਾਲਾ ਹੋਵੇ। ਨਵੇਂ ਡਿਕਰੇਤੀ ਲੈਜਿਸਲੇਟਿਵੇ ਵੀ ਨਹੀਂ ਬਣਾਏ ਜਾ ਸਕਦੇ ਜੋ ਕਿ ਸਰਕਾਰ ਕਹਿੰਦੀ ਆ। ਮੰਨ ਲਓ ਫਰਜ਼ ਕਰੋ ਜੀ ਆਪਣੇ ਵੈਕਸੀਨ ਵਾਲਾ ਕਾਨੂੰਨ ਹੋ ਗਿਆ, ਮਾਸਕ ਵਾਲਾ ਕਾਨੂੰਨ ਹੋ ਗਿਆ, ਕਿਸੇ ਵੀ ਤਰ੍ਹਾਂ ਦੇ ਜਿਹੜੇ ਡਿਕਰੇਟ ਉਹ ਇੱਦਾਂ ਦੇ ਆਉਂਦੇ, ਕੁਛ ਵੀ ਇੱਦਾਂ ਦਾ ਲਾਗੂ ਨਹੀਂ ਹੋਣਾ। ਇੱਥੇ ਤੱਕ ਆਪਣੇ ਪੇਪਰ 9 ਮਹੀਨੇ 10 ਮਹੀਨੇ 11 ਮਹੀਨੇ 6 ਮਹੀਨੇ ਵਾਲੇ ਜਿਹੜੇ ਵੀ ਤੁਸੀਂ ਪੇਪਰ ਕਹਿੰਦੇ, ਸਾਰੇ ਪੇਪਰ ਵੀ ਡਿਕਰੇਤੀ ਫਲੂਸ ਹੁੰਦੇ ਆ ਜਿਹੜਾ। ਅਤੇ ਇਹ ਸਾਰੇ ਦੇ ਸਾਰੇ ਇਸ ਟਾਈਮ ਨਹੀਂ ਕਰਨੇ। ਜੇਕਰ ਇਹਨਾਂ ਨੇ ਜੂਨ ਜੁਲਾਈ ਜਾਂ ਫਿਰ ਅੱਜ ਤੋਂ ਪਹਿਲਾਂ ਸ਼ੁਰੂਆਤ ਨਹੀਂ ਕੀਤਾ ਇਸ ਕਾਨੂੰਨ ਦੇ ਬਾਰੇ ਗੱਲਬਾਤ ਕਰਨ ਨੂੰ, ਤਾਂ ਇਹ ਕਾਨੂੰਨ ਦੇ ਵਿੱਚ ਪੇਪਰ ਆ ਜਿਹੜੇ ਅਕਤੂਬਰ ਤੋਂ ਨਵੰਬਰ ਤੱਕ ਵੀ ਜਾ ਸਕਦੇ ਆ। ਬਸ ਮੇਨ ਰਾਸ਼ਟਰਪਤੀ ਜੇ ਚਾਹੇ ਤਾਂ ਉਹ ਭਾਵੇਂ ਅਗਲੇ ਹਫ਼ਤੇ ਖੋਲ੍ਹ ਦੇਵੇ। ਸਰਕਾਰ ਦੇ ਹੱਥ ਆ ਤਾਂ ਹੁਣ ਅਕਤੂਬਰ, ਜਿੱਦਾਂ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਕਿ ਅਕਤੂਬਰ ਦੇ ਵਿੱਚ ਖੁੱਲ੍ਹਣ ਦੇ ਚਾਂਸ ਆ। ਹੁਣ ਅਕਤੂਬਰ ਦੇ ਲਾਸਟਲੇ ਦਿਨਾਂ ਦੇ ਵਿੱਚ ਚਾਂਸ ਹੋਣੇ, ਕਿਉਂਕਿ 25 ਤਰੀਕ ਨੂੰ ਵੋਟਾਂ ਪੈਣੀਆਂ। ਫਿਰ ਉਸ ਤੋਂ ਬਾਅਦ ਜਿੱਦਾਂ ਹੀ ਬਣਨਾ ਸਰਕਾਰ ਨੇ ਸਭ ਤੋਂ ਪਹਿਲਾਂ ਕੰਮ ਪੇਪਰ ਖੋਲ੍ਹਣ ਦਾ ਹੀ ਕਰਨਗੇ। ਅਤੇ ਉਸ ਤੋਂ ਬਾਅਦ ਦੇਖਦੇ ਹਾਂ ਵੈਸਟ ਨਾਈਲ ਦੇ ਨਾਲ ਬੰਦਿਆਂ ਦੀ ਜਿਹੜੀ ਮੌਤ ਲਗਾਤਾਰ ਹੁੰਦੀ ਜਾ ਰਹੀ ਆ। ਅਤੇ ਕਾਫੀ ਜਿਹੜੇ ਬੰਦੇ ਆ ਵੈਸਟ ਨਾਈਲ ਦੇ ਨਾਲ ਬਜ਼ੁਰਗ ਆ ਜਿਹੜੇ, ਇਹਨਾਂ ਦੀ ਹੀ ਮੌਤ ਹੋ ਰਹੀ ਆ। ਪੀਮੋਂਤੇ ਦੇ ਵਿੱਚ 1, ਵੇਨੇਤੋ ਦੇ ਵਿੱਚ 4, ਏਮੀਲੀਆ ਰੋਮਾਨੀਆ ਦੇ ਵਿੱਚ 1 ਮੌਤ ਹੁਣ ਤੱਕ ਹੋ ਚੁੱਕੀ ਹੈ। ਪਰ ਉਸ ਤੋਂ ਬਾਅਦ ਦੇਖਦੇ ਹਾਂ ਜੀ ਇਟਲੀ ਦੇ ਵਿੱਚ ਇੱਕ ਵਾਪਰੀ ਹੈ ਜੀ ਇੱਕ ਹੋਰ ਘਟਨਾ। ਇੱਕ ਔਰਤ, ਇੱਕ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੀ 16 ਸਾਲ ਦੀ ਬੱਚੀ ਦੇ ਕਤਲ ਦੇ ਆਰੋਪ ਦੇ ਵਿੱਚ। ਇਹ ਜਿਹੜਾ 16 ਸਾਲ ਦੀ ਬੱਚੀ ਦਾ ਕਤਲ ਅਸਲ ਦੇ ਵਿੱਚ ਉਹਨੇ ਕੀਤਾ ਜਾਂ ਨਹੀਂ ਕੀਤਾ, ਇਹ ਆਉਣ ਵਾਲੇ ਖਬਰਾਂ ਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂ। ਪਰ ਗੱਲ ਕੁਛ ਇਸ ਤਰ੍ਹਾਂ ਹੁੰਦੀ ਹੈ ਕਿ ਇਹ ਆਪਣੇ ਇੱਕ ਫਰੈਂਡ ਨੂੰ ਮਿਲਣ ਦੇ ਲਈ ਘਰੋਂ ਬਾਹਰ ਜਾਂਦੀ ਆ। ਆਪਣੀ ਬੱਚੀ ਦੇ ਕੋਲ, ਬੱਚੀ ਜਿਹਦੇ ਕੂਲੇ ਦੇ ਵਿੱਚ ਪਾਈ ਉਹ ਹੁੰਦੀ, ਉਹਦੇ ਕੋਲ ਦੁੱਧ ਦੀਆਂ ਬੋਤਲਾਂ ਤਿਆਰ ਕਰਕੇ ਰੱਖ ਦਿੰਦੀ ਹੈ। ਅਤੇ ਉੱਥੇ ਹੀ ਕਿਚਨ ਦੇ ਵਿੱਚ ਇੱਕ ਦਵਾਈ ਵੀ ਆ, ਇੱਕ ਬੇਹੋਸ਼ੀ ਦੀ ਦਵਾਈ ਅਸੀਂ ਕਹਿ ਸਕਦੇ ਹਾਂ, ਇੱਕ ਰਿਲੈਕਸ ਹੋਣ ਵਾਲੀ ਦਵਾਈ ਕਹਿ ਸਕਦੇ ਹਾਂ। ਉਹਦੇ ਬਾਰੇ ਫਿਲਹਾਲ ਨਹੀਂ ਦੱਸ ਰਹੀ ਕਿ ਉਹ ਦਵਾਈ ਇਹਨੇ ਵਿੱਚ ਪਾਈ ਆ ਦੁੱਧ ਦੇ ਕਿ ਨਹੀਂ, ਕਿ ਬੱਚੀ ਦੁੱਧ ਪੀ ਕੇ ਦਵਾਈ ਦੇ ਨਾਲ ਸੌਂ ਜਾਵੇ ਅਤੇ ਉੱਠੇ ਨਾ ਕਾਫੀ ਟਾਈਮ ਤੱਕ, ਤਾਂ ਜੋ ਉਹ ਆਲਾ ਦੁਆਲਾ ਲੋਕਾਂ ਨੂੰ ਨਾ ਸੁਣਾਈ ਦੇਵੇ। ਅਤੇ 6 ਦਿਨਾਂ ਬਾਅਦ ਜਦੋਂ ਆਂਢ ਗੁਆਂਢ ਨੇ ਦੇਖਿਆ ਤਾਂ ਜਿਹੜੇ ਆ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਆਈ, ਉਹਨਾਂ ਨੇ ਉਸ 16 ਸਾਲ ਦੀ ਬੱਚੀ ਨੂੰ ਡੈਡ ਡਿਕਲੇਅਰ ਕੀਤਾ। ਉਸ ਤੋਂ ਬਾਅਦ ਕਾਰਾਬੀਨੀਰੇ ਆਏ ਅਤੇ ਇਸ ਔਰਤ ਨੂੰ ਲੱਭਿਆ ਅਤੇ ਉਸ ਤੋਂ ਬਾਅਦ ਇਹਨੇ ਸਾਰੀ ਸਟੋਰੀ ਦੱਸੀ। ਕਹਿੰਦੀ ਵੀ ਜਿਹੜਾ ਇਹਦਾ ਅਸਲੀ ਬਾਪ ਸੀ, ਜਿਹੜਾ ਇਹਦਾ ਹਸਬੈਂਡ ਵੀ ਸੀਗਾ, ਉਹ ਵੀ ਇਸ ਬੱਚੀ ਨੂੰ ਘਰ ਹੀ ਛੱਡ ਜਾਂਦਾ ਸੀ, ਪਰ 6 ਦਿਨ ਲਈ ਉਹਨੇ ਕਦੇ ਨਹੀਂ ਛੱਡਿਆ ਉਹਨੂੰ। ਪਹਿਲਾਂ ਉਹਨੇ ਇੱਦਾਂ ਕਿਹਾ ਕਿ ਮੈਂ ਬੇਬੀ ਸਿਟਰ ਘਰ ਰੱਖੀ ਹੋਆ, ਬੇਬੀ ਸਿਟਰ ਦਾ ਖਿਆਲ ਰੱਖ ਰਹੀ ਸੀ। ਬਾਅਦ 'ਚੋਂ ਮੰਨੀ ਕਿ ਮੈਂ ਇਹਨੂੰ ਛੱਡ ਕੇ ਗਈ ਹਾਂ। ਇੱਦਾਂ ਦੀਆਂ ਲਾਪਰਵਾਹੀਆਂ ਬਹੁਤ ਕਰ ਰਹੇ ਨੇ ਜੀ ਇਟਲੀ ਦੇ ਵਿੱਚ। ਅਸੀਂ ਇਹ ਦੇਖ ਰਹੇ ਹਾਂ ਜੀ ਕਿ ਇਟਲੀ ਦੇ ਵਿੱਚ ਬੱਚੇ ਹੁਣ ਸੇਫ ਨਹੀਂ ਹੈਗੇ। ਬਹੁਤ ਲੋਕ ਇੱਦਾਂ ਦੀਆਂ ਲਾਪਰਵਾਹੀਆਂ ਕਰ ਰਹੇ ਨੇ। ਕੁਝ ਤਾਂ ਜਾਣ ਬੁੱਝ ਕੇ ਕਰਦੇ ਨੇ, ਕਈਆਂ ਦੇ ਕੋਲੋਂ ਤਾਂ ਅਣਜਾਣੇ ਦੇ ਵਿੱਚ ਲਾਪਰਵਾਹੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਕਿ ਤ੍ਰਿਵੀਲੀਓ ਦੇ ਵਿੱਚ ਇੱਕ ਛੋਟਾ ਬੱਚਾ ਧੁੱਪ ਦੇ ਵਿੱਚ ਕੈਦ ਹੋ ਗਿਆ। ਗੱਡੀ ਦੇ ਵਿੱਚ ਗੱਡੀ ਪਾਰਕਿੰਗ ਲਾਈ ਸੀ ਅਤੇ ਅੱਜ ਦੀ ਗੱਲ ਹੈ ਜੀ 21 ਜੁਲਾਈ ਦੀ ਗੱਲ ਆ, ਸਵੇਰੇ 10 ਵਜੇ ਜਿਹੜਾ ਵਿਆਲੇ ਪਿਆਵੇ ਦੇ ਵਿੱਚ ਫਾਰਮੇਸੀ ਆ, ਉਸ ਫਾਰਮਾਸੀ ਦੇ ਮੂਹਰੇ ਗੱਡੀ ਲਾਈ ਆ। ਗੱਡੀ ਲੌਕ ਕਰਨ ਲੱਗੀ ਆ ਜੀ, ਉਹ ਗੱਡੀ ਦੇ ਵਿੱਚੋਂ ਉਤਰੀ ਆ ਔਰਤ ਅਤੇ ਚਾਬੀ ਵਿੱਚ ਰਹਿ ਜਾਂਦੀ ਹੈ ਅਤੇ ਮਾੜਾ ਜਿਹਾ ਦੇਖਦੀ ਹੈ ਅਤੇ ਗੱਡੀ ਲੌਕ ਹੋ ਜਾਂਦੀ ਹੈ। ਧੁੱਪ ਦੇ ਵਿੱਚ ਬੱਚਾ ਗੱਡੀ ਦੇ ਵਿੱਚ ਆ। ਉਸ ਵੇਲੇ ਕੀ ਕਰਦੀ ਹੈ ਜੀ, ਲੰਘਦੇ ਵੜਦੇ ਬੰਦੇ ਕੋਲੋਂ ਫੋਨ ਫੜ ਕੇ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਆ। ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਉਸ ਬੱਚੇ ਨੂੰ ਬਾਹਰ ਕੱਢਿਆ ਅਤੇ ਉਸ ਬੱਚੇ ਦੀ ਜਾਨ ਬਚਾਈ। ਇਸ ਔਰਤ ਦੀ ਅਸੀਂ ਇੱਦਾਂ ਗੱਲ ਕਰਦੇ ਹਾਂ ਜੀ ਕਿ ਇਸ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਇਹਦੀ ਜਿਹੜੀ ਚਾਬੀ ਵਿੱਚ ਹੀ ਰਹਿ ਗਈ, ਗੱਡੀ ਲੌਕ ਹੋ ਗਈ ਆ। ਨਹੀਂ ਤਾਂ ਫਾਰਮਾਸੀਆ ਦੇ ਵਿੱਚ ਜੇਕਰ ਟਾਈਮ ਜ਼ਿਆਦਾ ਲੱਗ ਜਾਂਦਾ ਤਾਂ ਸ਼ਾਇਦ ਇਸ ਬੱਚੇ ਦਾ ਵੀ ਕੁਝ ਨਾ ਕੋਈ ਨੁਕਸਾਨ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਭੁਪਿੰਦਰ ਗਿੱਲ। ਮੈਨੂੰ ਇਹ ਦੱਸਦੇ ਹੋਏ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ। ਇਟਲੀ ਦੀਆਂ ਸੰਗਤਾਂ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਏਗੀ ਕਿ ਸਨਾਤਨੀ ਮੰਦਿਰ ਪਾਦੂਆ ਵਿਖੇ 30 ਜੁਲਾਈ ਨੂੰ ਉੱਤਮਗਿਰੀ ਸ਼੍ਰੀ ਮਹਾਰਾਜ ਦੇ ਗੁਣਗਾਨ ਹੋਣਗੇ। ਸੋ ਇਹ ਗੁਣਗਾਨ ਕਰਨ ਵਾਸਤੇ ਸਾਡੇ ਇੰਡੀਆ ਤੋਂ ਸਪੈਸ਼ਲ ਮੇਰਾ ਛੋਟਾ ਵੀਰ ਕਲਾਕਾਰ ਭਰਾ ਸੋਨੂ ਵਿਰਕ ਜੀ ਜਾ ਰਹੇ ਹੈ। ਸੋ ਇਟਲੀ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਉੱਥੇ ਉੱਤਮਗਿਰੀ ਮਹਾਰਾਜ ਦੇ ਗੁਣਗਾਨ ਸੁਣਨ ਵਾਸਤੇ ਸਾਰੇ ਜਾਣੇ ਪਹੁੰਚੋ। ਜੈ ਬਾਬਾ ਜੀ। ਇਹ ਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ। ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੀ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।